ਵੈਲਕਮ ਟੂ ਪੰਜਾਬ ਨਿਊਜ਼ ਲਾਈਵ। ਅਕਾਲੀ ਭਾਜਪਾ ਸਰਕਾਰ ਦੀ ਪਿਛਲੀ ਸਰਕਾਰ ਦੌਰਾਨ 2015 ਵਿੱਚ ਬਹਿਬਲ ਕਲਾਂ ਵਿਖੇ ਹੋਏ ਗੋਲੀकांड ਨੂੰ ਲੈ ਕੇ ਉਸ ਵੇਲੇ ਦੇ ਸੂਬੇ ਦੇ ਡੀਜੀਪੀ ਸਮੇਧ ਸੈਣੀ ਖਿਲਾਫ ਜੋ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਉਸ ਦਾ ਪੰਜਾਬ ਏਕਤਾ ਪਾਰਟੀ ਅਤੇ ਡੈਮੋਕ੍ਰੈਟਿਕ ਅਲਾਈਅੰਸ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਸਵਾਗਤ ਕੀਤਾ ਹੈ। ਪੰਜਾਬ ਨਿਊਜ਼ ਲਾਈਵ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿਰਫ ਸੁਮੇਧ ਸੈਣੀ ਹੀ ਨਹੀਂ ਬਲਕਿ ਉਸ ਵੇਲੇ ਦੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹੋਰ ਜਿਹੜੇ ਲੋਕਾਂ ਨਾਲ ਗੋਲੀकांड ਤੋਂ ਪਹਿਲਾਂ ਸੁਮੇਧ ਸੈਣੀ ਨਾਲ ਗੱਲਬਾਤ ਹੋਈ ਸੀ ਨੂੰ ਵੀ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਮਝਿਆ ਜਾਵੇਗਾ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਮਿਲੇ ਹੋਏ ਹਨ। ਦੇਖੋ ਹੁਣ ਜਦ ਕਿ ਜਿਹੜੀ SIT ਆ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਉਹਨਾਂ ਨੇ ਸੁਮੇਧ ਸਿੰਘ ਸੈਣੀ ਨੂੰ ਬਹਿਬਲ ਕਲਾਂ ਗੋਲੀकांड ਵਿੱਚ FIR ਵਿੱਚ ਨਾਮਜ਼ਦ ਕਰਤਾ। ਇਸ ਗੱਲ ਦਾ ਅਸੀਂ ਸਵਾਗਤ ਕਰਦੇ ਹਾਂ, ਪਰ ਨਾਲ ਸਾਡੀ ਮੰਗ ਆ ਕਿ ਇਹ ਗੋਲੀ ਕੱਲੀ ਪੁਲਿਸ ਲੈਵਲ ਤੇ ਨਹੀਂ ਚੱਲੀ। ਇਸ ਗੋਲੀ ਦੇ ਜਿਹੜੇ ਚਲਾਉਣ ਦੇ ਹੁਕਮ ਨੇ ਉਹ ਚੰਡੀਗੜ੍ਹੋਂ ਉਸ ਵਕਤ ਦੇ ਜਿਹੜੇ ਤਾਕਤਵਾਰ ਰਾਜ ਕਰਨ ਵਾਲੇ ਬਾਦਲ ਸਾਹਿਬ ਦਾ ਪਰਿਵਾਰ ਸੀ, ਇਹ ਉਹਨਾਂ ਦੀ ਮਰਜ਼ੀ ਦੇ ਨਾਲ ਚੱਲੀ ਆ। ਕਿਉਂਕਿ ਇਸ ਦਾ ਵੇਰਵਾ ਸੁਮੇਧ ਸਿੰਘ ਸੈਣੀ ਨੇ ਜਿਹੜਾ ਇੱਕ ਹਲਫੀਆ ਬਿਆਨ ਐਫੀਡੇਵਿਟ ਦਿੱਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ, ਉਹਦੇ 'ਚ ਉਹਨਾਂ ਨੇ ਮੰਨਿਆ ਵਾ ਕਿ ਮੈਨੂੰ 14 ਅਕਤੂਬਰ ਦੀ ਤੜਕੇ 2 ਵਜੇ ਉਸ ਵਕਤ ਚੀਫ ਮਿਨਿਸਟਰ ਬਾਦਲ ਸਾਹਿਬ ਦਾ ਟੈਲੀਫੋਨ ਆਇਆ ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ 'ਚ ਫਾਈਂਡਿੰਗ ਦਿੱਤੀਆਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮਨਤਾਰ ਸਿੰਘ ਜਿਹੜੇ ਅਕਾਲੀ ਦਲ ਦੇ MLA ਸੀ ਕੋਟਕਪੂਰੇ, ਉਹਨਾਂ ਦੇ ਟੈਲੀਫੋਨ ਤੇ ਮਨਤਾਰ ਨਾਲ ਵੀ ਗੱਲ ਕੀਤੀ, DC ਫਰੀਦਕੋਟ ਨਾਲ ਵੀ ਗੱਲ ਕੀਤੀ ਤੇ ਨਾਲ ਇਹ ਵੀ ਕਿਹਾ ਜੋ ਕਮਿਸ਼ਨ ਨੇ ਲਿਖਿਆ ਕਿ DC ਫਰੀਦਕੋਟ ਨੂੰ ਕਿਹਾ ਕਿ ਤੁਸੀਂ ਅਗਲੀ ਜਿਹੜੀ ਆਪਣਾ ਇਹਦੀ ਕਾਰਵਾਈ ਦੀ ਮੁਤਲਕ ਤੁਸੀਂ DGP ਸੁਮੇਧ ਸਿੰਘ ਸੈਣੀ ਨਾਲ ਗੱਲ ਕਰੋ। ਔਰ ਸੁਮੇਧ ਸਿੰਘ ਸੈਣੀ ਨੇ DC ਫਰੀਦਕੋਟ ਨੂੰ ਇਹ ਭਰੋਸਾ ਦਿਵਾਇਆ ਕਿ ਤੁਸੀਂ ਚਿੰਤਾ ਨਾ ਕਰੋ, ਇਹ ਕੋਟਕਪੂਰੇ ਦਾ ਧਰਨਾ ਤਾਂ ਮੈਂ ਮਿੰਟਾਂ ਦੇ ਵਿੱਚ ਚੁਕਾ ਦੂੰਗਾ। ਇਸ ਲਈ ਸਾਡਾ ਇਹ ਮੰਨਣਾ ਵਾ ਕਿ ਇਹ ਗੋਲੀ ਉਸ ਵਕਤ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀ ਮਰਜ਼ੀ ਤੋਂ ਬਗੈਰ ਨਹੀਂ ਚੱਲ ਸਕਦੀ ਸੀਗੀ। ਇਸ ਲਈ ਸਾਡੀ ਮੰਗ ਆ ਕਿ ਬਹਿਬਲ ਕਲਾਂ ਗੋਲੀकांड ਨੂੰ ਅੰਜਾਮ ਤੱਕ ਲਿਜਾਣ ਲਈ ਇਨਸਾਫ ਦੇ ਹਿੱਤ ਵਿੱਚ ਇਹ ਇਨਵੈਸਟੀਗੇਸ਼ਨ ਜਿਹੜੀ ਆ ਉਸ ਵਕਤ ਦੇ ਚੀਫ ਮਿਨਿਸਟਰ ਦੀ ਡਿਟੇਲਡ ਇਨਵੈਸਟੀਗੇਸ਼ਨ ਕਰਕੇ ਔਰ ਉਸ ਵਕਤ ਦੇ ਹੋਮ ਮਿਨਿਸਟਰ ਦੇ ਖਿਲਾਫ ਇਸੇ ਤਰ੍ਹਾਂ ਹੀ ਇਸ FIR ਵਿੱਚ ਉਹਨਾਂ ਦਾ ਨਾਮ ਆਉਣਾ ਚਾਹੀਦਾ। ਨਾਲ ਮੈਂ ਬਾਦਲ ਪਰਿਵਾਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕਾਫੀ ਅਰਸੇ ਤੋਂ ਕਹਿ ਰਹੇ ਹੋ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਉਹਨਾਂ ਦਾ ਕੱਖ ਨਾ ਰਹੇ। ਕੀ ਤੁਸੀਂ ਸੁਮੇਧ ਸਿੰਘ ਸੈਣੀ ਦਾ ਨਾਮ ਜਿਹੜਾ ਆਇਆ ਗੋਲੀकांड ਦੇ ਵਿੱਚ FIR ਕੀ ਤੁਸੀਂ ਕਹੋਗੇ ਕਿ ਸੁਮੇਧ ਸਿੰਘ ਸੈਣੀ ਦਾ ਕੱਖ ਨਾ ਰਹੇ? ਇਸ ਤੋਂ ਪਹਿਲਾਂ ਇਸੇ ਸੁਮੇਧ ਸਿੰਘ ਸੈਣੀ ਨੇ ਬਲਵੰਤ ਸਿੰਘ ਮੁਲਤਾਨੀ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਤਾ। ਉਹਦਾ 302 ਵਿੱਚ ਪਰਚਾ ਦਰਜ ਹੋਇਆ ਉਹਦੇ ਖਿਲਾਫ ਮੋਹਾਲੀ ਦੀ ਅਦਾਲਤ ਵਿੱਚ। ਤੁਸੀਂ ਇੱਕ ਸ਼ਬਦ ਨਹੀਂ ਬੋਲੇ ਉਸ ਦੇ ਖਿਲਾਫ। ਉਸ ਤੋਂ ਪਹਿਲਾਂ 3 ਕਤਲਾਂ ਦੇ ਸਿਲਸਿਲੇ ਵਿੱਚ CBI ਦੀ ਵਿਸ਼ੇਸ਼ ਅਦਾਲਤ ਵਿੱਚ ਸੁਮੇਧ ਸਿੰਘ ਸੈਣੀ ਦਾ ਨਾਮ ਦਰਜ ਆ, ਟ੍ਰਾਇਲ ਚੱਲ ਰਹੀ ਆ। ਤੁਸੀਂ ਉਸ ਨੂੰ ਕਹਿਣਾ ਤਾਂ ਕੀ ਸੀਗਾ, ਤੁਸੀਂ ਉਸ ਵਕਤ ਅਖੌਤੀ ਪੰਥਕ ਸਰਕਾਰ ਦਾ DGP ਲਾਇਆ। ਇਸ ਲਈ ਜੇ ਤੁਸੀਂ ਕਹਿੰਦੇ ਹੋ ਕਿ ਬੇਅਦਬੀ ਕਰਨ ਵਾਲੇ, ਗੋਲੀ ਚਲਾਉਣ ਵਾਲਿਆਂ ਦਾ ਕੱਖ ਨਾ ਰਹੇ ਤੇ ਤੁਸੀਂ ਆਣ ਕੇ ਜਨਤਕ ਤੌਰ ਤੇ ਬਿਆਨ ਦਿਵੋ ਕਿ ਸੈਣੀ ਦਾ ਕੱਖ ਨਾ ਰਹੇ। ਔਰ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਮੰਗਿਆ ਕਿ ਇਹ ਕਾਰਵਾਈ ਅੰਜਾਮ ਤੱਕ ਜਾਣੀ ਚਾਹੀਦੀ। ਜੇ ਅਮਰਿੰਦਰ ਸਿੰਘ ਜੀ ਨਹੀਂ ਕਰਨਗੇ, ਇਹ ਮੰਨਿਆ ਜਾਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਦੇ ਪਰਿਵਾਰ ਦੇ ਵਿੱਚ ਜਿਹੜੀ ਗੰਢ ਧੁੱਪ ਆ, ਇਹਨਾਂ ਦੀ ਆਪਸ ਵਿੱਚ ਜਿਹੜੀ ਅੰਡਰਸਟੈਂਡਿੰਗ ਆ, ਇਹ ਕਾਰਵਾਈ ਉੱਥੇ ਇਸੇ ਕਰਕੇ ਰੋਕੀ ਜਾ ਰਹੀ ਆ। ਜਿਹੜੇ ਅਕਾਲੀ ਦਲ ਨੇ ਇੰਡੀਅਨ ਦਾ ਸਾਥ ਛੱਡਿਆ ਹੈਗਾ, ਇਹ ਚੁਣਾਵੀ ਸਟੈਂਡ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੁਆਰੇ ਇਕੱਠੇ ਹੋਏ? ਦੇਖੋ, ਜਿਹੜਾ ਅਕਾਲੀ ਦਲ ਪਿਛਲੇ 3 ਮਹੀਨਿਆਂ ਤੋਂ ਆਰਡੀਨੈਂਸਿਸ ਦੀ ਹਮਾਇਤ ਕਰ ਰਿਹਾ ਸੀਗਾ, ਸਡਨਲੀ ਜਦੋਂ ਪਾਰਲੀਮੈਂਟ ਵਿੱਚ ਜਾ ਕੇ ਉਹਨਾਂ ਨੇ ਇਹਦੇ ਖਿਲਾਫਤ ਕੀਤੀ ਆ, ਇੱਕ ਗੱਲ ਸਾਫ਼ ਆ ਕਿ ਇਹ ਸਾਰੀ ਖਿਲਾਫਤ ਦਾ ਕਾਰਨ ਜੋ ਪੰਜਾਬ ਦੇ ਵਿੱਚ ਪ੍ਰੈਸ਼ਰ ਬਿਲਡ ਕੀਤਾ ਕਿਸਾਨ ਜਥੇਬੰਦੀਆਂ ਨੇ, ਉਹਦਾ ਸੇਕ ਜਦੋਂ ਬਾਦਲ ਪਿੰਡ ਵਿੱਚ ਪਹੁੰਚਿਆ, ਉਹਨਾਂ ਦੇ ਘਰ ਦੇ ਬਾਹਰ ਪਹੁੰਚਿਆ ਔਰ ਜਦੋਂ ਉਹਨਾਂ ਦੇ ਆਪਣੇ ਕੇਡਰ ਨੇ ਬਾਦਲ ਦੇ ਪਰਿਵਾਰ ਨੂੰ ਸਮਝਾਇਆ ਕਿ ਇਹ ਤੁਸੀਂ ਸਾਰਾ ਤੁਹਾਡਾ ਕਿਸਾਨ ਵੋਟ ਬੈਂਕ ਖਤਮ ਹੋ ਜਾਏਗਾ, ਪੋਲੀਟੀਕਲ ਫਾਇਦੇ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਨੇ ਅਸਤੀਫਾ ਦਿੱਤਾ। ਔਰ ਅਸਤੀਫਾ ਦੇਣ ਤੋਂ ਬਾਅਦ ਫਿਰ ਕਾਫੀ ਦੇਰ ਗੱਠਜੋੜ ਨਹੀਂ ਤੋੜਿਆ ਤੇ ਹੁਣ ਜਦੋਂ ਗੱਠਜੋੜ ਤੋੜਿਆ ਵਾ ਤੇ ਮੈਂ ਸਮਝਦਾ ਕਿ ਇਹ ਸਾਰਾ ਘਟਨਾਕ੍ਰਮ ਆਪਣੇ ਆਪ ਵਿੱਚ ਦਰਸਾਉਂਦਾ ਵਾ। ਔਰ ਜਿੱਦਾਂ ਦੀ ਬਾਡੀ ਲੈਂਗੁਏਜ ਆ ਹਰਸਿਮਰਤ ਕੌਰ ਉਹ ਆਪਣੀ ਗੱਦੀ ਖੁੱਸਣ ਵਿੱਚ ਨਾ ਖੁਸ਼ ਨਜ਼ਰ ਆਉਂਦੇ ਨੇ, ਇਹ ਦਰਸਾਉਂਦਾ ਵਾ ਕਿ ਇਹ ਸਾਰਾ ਜਿਹੜਾ ਪੋਲੀਟੀਕਲੀ ਮੋਟੀਵੇਟਡ ਸੀਗਾ ਔਰ ਇਹ ਪ੍ਰੈਸ਼ਰ ਅਧੀਨ ਹੋਇਆ ਵਾ। ਔਰ ਵੈਸੇ ਵੀ ਜਿਹੜਾ ਗੱਠਜੋੜ ਆ ਇਹ ਬੇਸੂਲਾ ਸੀਗਾ, ਇਹ ਅੱਜ ਨਹੀਂ ਤੇ ਕੱਲ ਟੁੱਟਣ ਨੂੰ ਸੀਗਾ ਕਿਉਂਕਿ BJP ਘੱਟ ਗਿਣਤੀਆਂ ਦੇ ਖਿਲਾਫ ਆ ਤੇ ਅਕਾਲੀ ਦਲ ਕਹਿੰਦਾ ਸੀ ਅਸੀਂ ਘੱਟ ਗਿਣਤੀਆਂ ਦੇ ਮੁੱਦਈ ਆ। BJP ਸਾਡੇ ਤੇ GST ਲਾਗੂ ਕਰਕੇ ਮੰਡੀਕਰਨ ਵਾਲਾ ਨਵੇਂ ਕਾਨੂੰਨ ਲਿਆ ਕੇ ਉਹ ਇੰਡੀਆ ਨੂੰ
ਹੋਰ ਉਹਦੀਆਂ ਸੂਬਿਆਂ ਦੀਆਂ ਤਾਕਤਾਂ ਆਪਣੇ ਕੋਲ ਲੈ ਰਹੀ, ਕੇਂਦਰਿਤ ਕਰ ਰਹੀ ਆ। ਤੇ ਬੀਜੇਪੀ ਅਕਾਲੀ ਦਲ ਕਹਿੰਦਾ ਸੀ ਅਸੀਂ ਵੱਧ ਅਧਿਕਾਰਾਂ ਦੇ ਮੁੱਦੇ ਹੀ ਆ। ਇਸ ਲਈ ਕਿਤੇ ਵੀ ਇਹਨਾਂ ਦੀ ਜਿਹੜੀ ਆਈਡੀਓਲੋਜੀ ਸੀ, ਕਿਤੇ ਵੀ ਉਹ ਮੈਚ ਤੇ ਸਾਂਝ ਨਹੀਂ ਸੀ। ਵੋਟਾਂ ਦੇ ਖਾਤਰ, ਸੱਤਾ ਬਣਾਉਣ ਦੀ ਖਾਤਰ, ਪੈਸੇ ਲੁੱਟ ਖਸੁੱਟ ਕਰਨ ਦੀ ਖਾਤਰ ਇਹ ਅਲਾਇੰਸ 23-24 ਸਾਲ ਜਿਹੜਾ ਚੱਲਿਆ। ਇਦਾਂ ਨਹੀਂ ਹੋ ਸਕਦਾ ਵੀ ਜਿੱਦਾਂ ਕੱਲ ਨੂੰ 2022 ਦੀਆਂ ਚੋਣਾਂ ਆਉਂਦੀਆਂ, ਦੋਨੇ ਆਪਣੀਆਂ 117 ਤੇ ਲੜਨਗੀਆਂ, ਦੋਨੇ ਬਰਾਬਰ ਜਿੱਤ ਜਾਂਦੀਆਂ, ਫਿਰ ਗੱਠਜੋੜ ਕਰਕੇ ਆਪਣਾ ਦੇਖੋ ਇਹ ਗੱਲ ਤਾਂ ਹੁਣ ਲੋਕਾਂ ਨੂੰ ਸਮਝਣੀ ਪਵੇਗੀ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਜਿਹੜਾ ਹੈ ਉਹ ਇਹਨਾਂ ਕਾਨੂੰਨਾਂ ਦੇ ਉੱਤੇ, ਜਿਹੜੇ ਖੇਤੀ ਕਾਨੂੰਨ ਬਣਾਏ ਨੇ ਮੋਦੀ ਦੀ ਸਰਕਾਰ ਨੇ, ਇਹਦਾ ਕੀ ਜੈਨੂਅਨ ਵਿਰੋਧ ਕਰਦੇ ਨੇ ਜਾਂ ਲੋਕ ਦਿਖਾਵਾ ਕਰਦੇ ਨੇ? ਕਿਉਂਕਿ ਜਿਹੜਾ 25 ਤਰੀਕ ਦਾ ਇਹਨਾਂ ਦਾ ਪ੍ਰੋਟੈਸਟ ਸੀ, ਚੱਕਾ ਜਾਮ, ਉਹ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਦੇ ਪ੍ਰੋਟੈਸਟ ਨੂੰ, ਪੰਜਾਬ ਬੰਦ ਨੂੰ ਟੋਰਪੀਡੋ ਕਰਨ ਦੇ ਨਜ਼ਰੀਏ ਨਾਲ ਕੀਤਾ ਗਿਆ ਸੀਗਾ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਦੇਖੋ ਥਰਡ ਫਰੰਟ ਦੀਆਂ ਅਰਸੇ ਤੋਂ ਕੋਸ਼ਿਸ਼ਾਂ ਜਾਰੀ ਨੇ, ਲੇਕਿਨ ਕਿਉਂਕਿ ਕਰੋਨਾ ਦੇ ਕਰਕੇ ਪਿਛਲੇ 4-5 ਮਹੀਨਿਆਂ ਤੋਂ ਕੋਈ ਬਹੁਤ ਜ਼ਿਆਦਾ ਗਤੀਵਿਧੀ ਨਹੀਂ ਕਰ ਸਕੇ। ਅਸੀਂ ਸਾਰੇ ਸਮਝਦੇ ਹਾਂ ਕਿ ਜਿਹੜਾ ਟ੍ਰੈਡੀਸ਼ਨਲ ਪਾਰਟੀਆਂ ਆ, ਚਾਹੇ ਉਹ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਬੀਜੇਪੀ ਆ, ਇਹ ਫੇਲ ਹੋ ਚੁੱਕੀਆਂ ਨੇ। 25 ਤਰੀਕ ਦਾ ਪੰਜਾਬ ਬੰਦ ਜਦੋਂ ਲੋਕਾਂ ਨੇ ਆਪ ਮੁਹਾਰੇ ਹੀ ਸਾਰੇ ਬੰਦ ਦੀ ਅਗਵਾਈ ਕੀਤੀ, ਉਹਨਾਂ ਨੇ ਕਿਸੇ ਪੋਲੀਟੀਕਲ ਪਾਰਟੀ ਨੂੰ ਉੱਥੇ ਵੜਨ ਨਹੀਂ ਦਿੱਤਾ, ਬੋਲਣ ਨਹੀਂ ਦਿੱਤਾ। ਇਹ ਆਪਣੇ ਆਪ ਵਿੱਚ ਸੰਕੇਤ ਨੇ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਪੋਲੀਟੀਕਲ ਵੈਕਿਊਮ ਹੈ। ਲੋਕ ਇੱਕ ਅਲਟਰਨੇਟਿਵ ਲੀਡਰਸ਼ਿਪ ਤੇ ਅਲਟਰਨੇਟਿਵ ਰਾਹ ਲੱਭ ਰਹੇ ਨੇ, ਔਰ ਨਾਲ ਰਾਹ ਵੀ ਉਹ ਲੱਭ ਰਹੇ ਨੇ ਜਿਹੜਾ ਰੀਜਨਲ ਪਾਰਟੀ ਦੀ ਸ਼ਕਲ ਵਿੱਚ ਹੋਵੇ। ਕੇਂਦਰੀ ਪਾਰਟੀਆਂ, ਚਾਹੇ ਉਹ ਆਮ ਆਦਮੀ ਪਾਰਟੀ, ਦੇ ਹੈਵ ਫੇਲਡ to safeguard the interest of Punjab, whether it's waters, whether it is language, whether it is Baibul Kalam, whether it is Sumit Singh Saini, whether it is UAPA ਜਿਹੜੇ draconian laws। therefore ਅੱਜ ਲੋੜ ਹੈਗੀ ਆ ਰੀਜਨਲ ਪਾਰਟੀ ਦੀ, ਰੀਜਨਲ ਪੰਜਾਬ ਸੈਂਟਰਿਕ ਫੋਰਸ ਦੀ। ਸਰ ਗੱਲ ਕਰੀਏ ਆਪਾਂ ਥਰਡ ਫਰੰਟ ਦੀ, ਥਰਡ ਫਰੰਟ ਤੁਸੀਂ ਜਦੋਂ ਸ਼ੁਰੂ ਕੀਤਾ ਸੀ ਕਾਫੀ ਪਾਰਟੀ ਤੁਹਾਡੇ ਨਾਲ ਸੀਗੀਆਂ, ਹੁਣ ਤੁਸੀਂ ਕੀ ਐਕਸਪੈਕਟ ਕਰਦੇ ਹੋ, ਕੌਣ ਕੌਣ ਤੁਹਾਡੇ ਨਾਲ? ਦੇਖੋ ਅਫਸੋਸ ਸੀਗਾ ਕਿ ਜਿਹੜਾ ਅਸੀਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਬਣਾਇਆ ਸੀਗਾ ਲੋਕ ਸਭਾ ਤੋਂ ਪਹਿਲਾਂ, ਉਹ 11% ਦੀ ਵੋਟ ਪਈ ਸੀ। ਲੇਕਿਨ ਸਾਡੇ ਵਿੱਚੋਂ ਸਾਡੇ ਇੱਕ ਸਾਥੀਆਂ ਨੇ ਜਿਮਨੀ ਚੋਣਾਂ ਨੂੰ ਜਿਹੜੇ ਦਾਖੇ ਤੇ ਫਗਵਾੜੇ ਦੀ ਜਿੱਦ ਕਰਕੇ ਕਿ ਅਸੀਂ ਦੋਨੋਂ ਇਕੱਲਿਆਂ ਨੇ ਲੜਨੀਆਂ, ਉਹ ਗੱਠਜੋੜ ਤੋੜਿਆ। ਲੇਕਿਨ ਇਸ ਤੋਂ ਬਾਅਦ ਵੀ ਜਿਹੜੀਆਂ ਲਾਈਕ ਮਾਈਂਡਡ ਪਾਰਟੀਆਂ ਨੇ ਉਹ ਚਾਹੁੰਦੀਆਂ, ਕਾਫੀ ਮੀਟਿੰਗਾਂ ਗੈਰ ਰਸਮੀ ਸਾਡੀਆਂ ਹੋ ਚੁੱਕੀਆਂ ਨੇ। ਆਉਣ ਵਾਲੇ ਸਮੇਂ 'ਚ ਅਸੀਂ ਪੂਰਾ ਯਤਨ ਕਰਾਂਗੇ ਇੱਕ ਅਲਟਰਨੇਟਿਵ ਪੰਜਾਬ ਨੂੰ, ਕਿਉਂਕਿ ਪੰਜਾਬ ਦੇ ਲੋਕ ਮੰਗ ਕਰ ਰਹੇ ਨੇ। ਜਿਹੜਾ ਪੰਜਾਬ ਦੇ ਵਿੱਚ ਇਸ ਵਕਤ ਉਭਾਰ ਉੱਠਿਆ, ਉਹ ਆਪਣੇ ਆਪ ਵਿੱਚ ਇੰਡੀਕੇਟਿਵ ਹੈ ਕਿ ਪੰਜਾਬ ਦੇ ਲੋਕ ਇੱਕ ਅਲਟਰਨੇਟਿਵ, ਔਰ ਅਲਟਰਨੇਟਿਵ ਵੀ ਜਿਹੜਾ ਹੋਵੇ ਕੇਂਦਰੀਵਾਦੀ ਪਾਰਟੀਆਂ ਵਾਲਾ ਨਾ ਹੋਵੇ, ਇੱਕ ਸੂਬੇ ਦਾ ਅਲਟਰਨੇਟਿਵ ਚਾਹੁੰਦੇ। ਨਵਜੋਤ ਸਿੰਘ ਸਿੱਧੂ, ਹਰੀਸ਼ ਰਾਵਤ ਨੇ ਕਿਹਾ ਹੈ ਕਿ ਪਾਰਟੀ ਦੀ ਕੈਸਟ ਹੈਗੀ ਹੈ, ਉਹਨਾਂ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖੋ ਨਵਜੋਤ ਸਿੰਘ ਸਿੱਧੂ ਇੱਕ ਅੱਛੇ ਲੀਡਰ ਨੇ। ਉਹਨਾਂ ਨੇ ਕਿੱਧਰ ਜਾਣਾ, ਕੀ ਕਰਨਾ, ਕਾਂਗਰਸ ਰਹਿਣਾ, ਬਾਹਰ ਆਉਣਾ, ਇਹ ਸਵਾਲ ਇਹ ਉਹਨਾਂ ਨੇ ਫੈਸਲਾ ਉਹਨਾਂ ਨੇ ਲੈਣਾ। ਪਰ ਇਹ ਜ਼ਰੂਰ ਲੋਕਾਂ 'ਚੋਂ ਪੁਕਾਰ ਆ ਰਹੀ ਆ ਕਿ ਚੰਗੇ ਬੰਦਿਆਂ ਨੂੰ ਬਾਹਰ ਨਿਕਲ ਕੇ, ਚਾਹੇ ਉਹ ਕਿਸੇ ਪਾਰਟੀ 'ਚ ਆ, ਪੰਜਾਬ ਦੇ ਹਿੱਤ ਵਿੱਚ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ। ਥੈਂਕ ਯੂ। ਜਲੰਧਰ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ।